Hello everyone. In today's session, we will discuss main points and question answers of the chapter The Story of My Life. First of all, we will discuss main points. The writer of the chapter is Helen Keller. इस चैप्टर दी राइटर हेलन कैलर है. द स्टोरी ऑफ माई लाइफ इज़ हर ऑटोबायोग्राफी. ये ਜਿਹੜਾ ਚੈਪਟਰ ਹੈ ਦ ਸਟੋਰੀ ਆਫ ਮਾਈ ਲਾਈਫ ਇਹ ਉਸ ਦੀ ਆਤਮ ਕਥਾ ਹੈ. ਸ਼ੀ ਰੋਟ ਇਟ ਐਟ ਦਾ ਏਜ ਆਫ 22. ਉਸਨੇ ਇਸ ਨੂੰ 22 ਸਾਲ ਦੀ ਉਮਰ ਦੇ ਵਿੱਚ ਲਿਖਿਆ. Helen Keller became deaf and blind at the age of 19 months because of fever. Helen Keller ਬੁਖਾਰ ਦੀ ਵਜ੍ਹਾ ਦੇ ਨਾਲ 19 ਮਹੀਨੇ ਦੀ ਉਮਰ ਦੇ ਵਿੱਚ ਹੀ ਬਲਾਈਂਡ ਤੇ ਡੈਫ ਹੋ ਗਈ. ਐਨੀ ਸੁਲੇਵਾਨ ਵਾਜ਼ ਹਰ ਟੀਚਰ. ਐਨੀ ਸੁਲੇਵਾਨ ਉਸ ਦੀ ਟੀਚਰ ਸੀ. ਹੈਲਨ ਕੈਲਰ ਮੈਟ ਸੁਲੇਵਾਨ ਵੈਨ ਸ਼ੀ ਵਾਜ਼ ਆਫ 7 years. ਹੈਲਨ ਕੈਲਰ ਸੁਲੇਵਾਨ ਨੂੰ ਉਸ ਵੇਲੇ ਮਿਲੀ ਜਦੋਂ ਉਸ ਦੀ ਉਮਰ 7 ਸਾਲ ਸੀ. ਸ਼ੀ ਲਰਨਡ ਦਾ ਆਰਟ ਆਫ ਲਿਪ ਰੀਡਿੰਗ ਨੋਨ ਐਜ਼ ਟਰਡੋਮਾ. ਉਸ ਨੇ ਲਿਪ ਰੀਡਿੰਗ ਦੀ ਕਲਾ ਨੂੰ ਸਿੱਖਿਆ ਜਿਸ ਨੂੰ ਕਿ ਟਰਡੋਮਾ ਕਿਹਾ ਜਾਂਦਾ ਹੈ. The first word she learned by finger play was DOLL. ਜਿਹੜਾ ਪਹਿਲਾ ਸ਼ਬਦ ਉਸਨੇ ਫਿੰਗਰ ਪਲੇ ਮੈਥਡ ਦੇ ਨਾਲ ਸਿੱਖਿਆ ਉਹ ਸੀ DOLL, doll. She got the doll from the blind children of Perkins Institution. ਉਸਨੇ ਇਹ ਡਾਲ ਪਰਕਿਨਸ ਇੰਸਟੀਟਿਊਸ਼ਨ ਦੇ ਬਲਾਈਂਡ ਬੱਚਿਆਂ ਤੋਂ ਪ੍ਰਾਪਤ ਕੀਤੀ. ਵਾਈਲ ਲਰਨਿੰਗ ਸ਼ੀ ਗੋਟ ਅਪਸੈਟ ਐਂਡ ਬ੍ਰੋਕ ਦਾ ਡਾਲ. ਸਿੱਖਦੇ ਸਿੱਖਦੇ ਇੱਕ ਦਿਨ ਉਹ ਬੇਚੈਨ ਹੋ ਗਈ ਅਤੇ ਉਸਨੇ ਡਾਲ ਨੂੰ ਤੋੜ ਦਿੱਤਾ. ਸ਼ੀ ਵਾਜ਼ ਕਨਫਿਊਜ਼ਡ ਵਿਦ ਦ ਵਰਡਸ ਮੱਗ ਐਂਡ ਵਾਟਰ. ਉਹ ਮੱਗ ਅਤੇ ਵਾਟਰ ਸ਼ਬਦਾਂ 'ਤੇ ਇੱਕ ਦਿਨ ਕਨਫਿਊਜ਼ ਹੋ ਗਈ. ਐਟ ਦਾ ਵੈਲ ਹਾਊਸ ਸ਼ੀ ਲਰਨਡ ਦਾ ਵਰਡ ਵਾਟਰ. ਵੈਲ ਹਾਊਸ 'ਤੇ ਉਸਨੇ ਵਾਟਰ ਸ਼ਬਦ ਨੂੰ ਸਿੱਖਿਆ. ਐਨੀ ਸੁਲੇਵਾਨ ਪਲੇਡ ਏ ਗ੍ਰੇਟ ਰੋਲ ਇਨ ਟੀਚਿੰਗ ਹਰ. ਉਸ ਨੂੰ ਪੜ੍ਹਾਉਣ ਦੇ ਲਈ ਐਨੀ ਸੁਲੇਵਾਨ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ. ਨਾਓ ਲੈਟਸ ਡਿਸਕਸ ਕੁਐਸਚਨ ਆਨਸਰਸ ਆਫ ਦਾ ਚੈਪਟਰ. Question number 1. Who was Annie Mansfield Sullivan? Annie Mansfield Sullivan कौन सी? आंसर है आंसर बेटा आप क्वेश्चन ਦੇ ਵਿੱਚੋਂ ਹੀ ਲੈ ਲੈਣਾ ਹੈ. Annie Mansfield Sullivan was Helen's teacher. ਸਿਰਫ ਆਪਾਂ ਆਪਣੇ ਕੋਲੋਂ ਦੋ ਵਰਡ ਲਗਾਉਣੇ ਹੈ Helen's teacher. Question number 2. What was something unusual happening at the narrator's home? ਨਰੇਟਰ ਦੇ ਘਰ ਵਿੱਚ ਉਸ ਦਿਨ ਕੀ ਅਨਯੂਜ਼ੁਅਲ ਹੁੰਦਾ ਹੈ ਅਸਧਾਰਨ. ਕੀ ਅਸਧਾਰਨ ਹੋ ਰਿਹਾ ਸੀ? ਆਨਸਰ ਇਸ ਦਾ ਹੈਲਨਸ ਟੀਚਰ ਵਾਜ਼ ਐਕਸਪੈਕਟਡ ਟੂ ਕਮ. ਹੈਲਨ ਦੇ ਟੀਚਰ ਦੀ ਆਉਣ ਦੀ ਸੰਭਾਵਨਾ ਸੀ. ਸੋ ਹਰ ਮਦਰ ਵਾਜ਼ ਹਰਿੰਗ ਟੂ ਐਂਡ ਫਰੋ ਇਨ ਦਾ ਹਾਊਸ. ਇਸ ਲਈ ਉਸ ਦੀ ਮਦਰ ਕਾਹਲੀ ਨਾਲ ਘਰ ਵਿੱਚ ਇੱਧਰ ਉੱਧਰ ਜਾ ਰਹੀ ਸੀ. ਟੂ ਐਂਡ ਫਰੋ ਹੁੰਦਾ ਹੈ ਇੱਧਰ ਉੱਧਰ. ਕੁਐਸਚਨ ਨੰਬਰ 3. ਵਟ ਵਾਜ਼ ਦ ਨਰੇਟਰ ਡੂਇੰਗ ਵਾਈਲ ਸਿਟਿੰਗ ਔਨ ਦ ਸਟੈਪਸ? ਨਰੇਟਰ ਪੌੜੀਆਂ 'ਤੇ ਬੈਠੀ ਕੀ ਕਰ ਰਹੀ ਸੀ? ਸ਼ੀ ਵਾਜ਼ ਵੇਟਿੰਗ ਵਿਦ ਬੀਟਿੰਗ ਹਾਰਟ. ਬੀਟਿੰਗ ਹਾਰਟ ਹੋ ਗਿਆ ਧੜਕਦੇ ਦਿਲ ਨਾਲ. ਫॉर ਸਮਥਿੰਗ ਟੂ ਹੈਪਨ. ਉਹ ਧੜਕਦੇ ਦਿਲ ਦੇ ਨਾਲ ਕੁਝ ਵਾਪਰਨ ਦੀ ਉਡੀਕ ਕਰ ਰਹੀ ਸੀ. ਕੁਐਸਚਨ ਨੰਬਰ 4. ਵਟ ਵਾਜ਼ ਦਾ ਵਰਡਲੈਸ ਕਰਾਈ ਆਫ ਦ ਨਰੇਟਰਜ਼ ਸੋਲ? ਨਰੇਟਰ ਦੀ ਆਤਮਾ ਦੀ ਸ਼ਬਦਹੀਨ ਵਰਡਲੈਸ ਸ਼ਬਦਹੀਨ ਪੁਕਾਰ ਕੀ ਸੀ? ਆਨਸਰ ਹੈ ਲਾਈਟ. ਗਿਵ ਮੀ ਲਾਈਟ. ਰੋਸ਼ਨੀ, ਮੈਨੂੰ ਰੋਸ਼ਨੀ ਦਿਓ. was the wordless cry of the narrator's soul. ਬੇਟਾ ਸਿਰਫ ਆਪਾਂ ਆਪਣੇ ਕੋਲੋਂ ਵਰਡ ਲਗਾਏ ਹੈ ਲਾਈਟ, ਗਿਵ ਮੀ ਲਾਈਟ. ਬਾਕੀ ਸਾਰੇ ਦਾ ਸਾਰਾ ਆਪਾਂ ਇਹਦੇ ਵਿੱਚੋਂ ਹੀ ਵੇਖ ਕੇ ਲਾਉਣਾ ਹੈ. was the wordless cry of the narrator's soul. The light of love shone on her in that very hour.
उस समय उस उपर प्रेम ਦੀ ਰੌਸ਼ਨੀ ਦੀ ਚਮਕ ਪਈ। ਜੇਕਰ ਤੁਹਾਡੇ ਤੋਂ ਸੈਕਿੰਡ ਲਾਈਨ ਨਹੀਂ ਯਾਦ ਹੁੰਦੀ ਤਾਂ ਤੁਸੀਂ ਸਿਰਫ ਇੱਕ ਲਾਈਨ ਹੀ ਲਿਖ ਸਕਦੇ ਹੋ। ਇੱਥੇ ਇਸ ਦਾ ਦੂਸਰੀ ਲਾਈਨ ਦਾ ਕੀ ਮਤਲਬ ਹੈ ਕਿ ਉਸ ਦੀ ਟੀਚਰ ਆ ਗਈ। ਐਕਚੁਅਲੀ ਸ਼ੀ ਵਾਂਟਡ ਟੂ ਕਮ ਆਊਟ ਆਫ ਡਾਰਕਨੈਸ ਆਫ ਹਰ ਲਾਈਫ। ਅਸਲ ਵਿੱਚ ਉਹ ਆਪਣੀ ਜ਼ਿੰਦਗੀ ਦੇ ਹਨੇਰੇ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੀ ਸੀ। ਸ਼ੀ ਵਾਂਟਡ ਲਾਈਟ ਐਂਡ ਲਵ ਇਨ ਹਰ ਲਾਈਫ। ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਿਆਰ ਅਤੇ ਰੌਸ਼ਨੀ ਦੀ ਜ਼ਰੂਰਤ ਸੀ। ਕੁਐਸਚਨ ਨੰਬਰ 5, ਹੂ ਹੈਡ ਸੈਂਟ ਦਾ ਡੋਲ ਫॉर ਦ ਨਰੇਟਰ। ਨਰੇਟਰ ਲਈ ਡੋਲ ਕਿਸ ਨੇ ਭੇਜੀ ਸੀ? ਆਨਸਰ ਇਹਦਾ ਦ ਲਿਟਲ ਬਲਾਈਂਡ ਚਿਲਡਰਨ ਐਟ ਦ ਪਰਕਿੰਸ ਇੰਸਟੀਟਿਊਸ਼ਨ ਹੈਡ ਸੈਂਟ ਇਟ। ਪਰਕਿੰਸ ਇੰਸਟੀਟਿਊਸ਼ਨ ਦੇ ਵਿੱਚ ਹੈਲਨ ਪਹਿਲਾਂ ਪੜ੍ਹਿਆ ਕਰਦੀ ਸੀ, ਫਿਰ ਉਸਨੇ ਇਸ ਇੰਸਟੀਟਿਊਸ਼ਨ ਨੂੰ ਛੱਡ ਦਿੱਤਾ ਸੀ। ਉਸ ਇੰਸਟੀਟਿਊਸ਼ਨ ਦੇ ਜਿਹੜੇ ਛੋਟੇ ਛੋਟੇ ਬਲਾਈਂਡ ਬੱਚੇ ਸੀ ਉਹਨਾਂ ਨੇ ਇਸ ਡੋਲ ਨੂੰ ਭੇਜਿਆ ਸੀ। ਦ ਲਿਟਲ ਬਲਾਈਂਡ ਚਿਲਡਰਨ ਐਟ ਦ ਪਰਕਿੰਸ ਇੰਸਟੀਟਿਊਸ਼ਨ। ਨੈਕਸਟ ਕੁਐਸਚਨ ਇਜ਼ ਹਾਊ ਡਿਡ ਦ ਨਰੇਟਰ ਲਰਨ ਟੂ ਸਪੈਲ ਦ ਵਰਡਸ। ਨਰੇਟਰ ਨੇ ਸ਼ਬਦਾਂ ਨੂੰ ਸਪੈਲ ਕਰਨਾ ਅਰਥਾਤ ਜੋੜਨਾ ਕਿਵੇਂ ਸਿੱਖਿਆ? ਆਨਸਰ ਇਹਦਾ ਦ ਟੀਚਰ ਪਲੇਸਡ ਏ ਥਿੰਗ ਇਨ ਵਨ ਆਫ ਹਰ ਹੈਂਡਸ। ਜਿਹੜੀ ਟੀਚਰ ਸੀ ਉਹ ਚੀਜ਼ ਨੂੰ ਉਹਦੇ ਇੱਕ ਹੱਥ ਦੇ ਉੱਤੇ ਰੱਖ ਦਿੰਦੀ ਸੀ। ਐਂਡ ਸਪੈਲਡ ਦਾ ਵਰਡ ਵਿਦ ਫਿੰਗਰ ਪਲੇ ਔਨ ਦਾ ਅਦਰ। ਅਤੇ ਦੂਸਰੇ ਹੱਥ ਦੇ ਉੱਪਰ ਉਹ ਉਂਗਲ ਦੇ ਨਾਲ ਚੀਜ਼ ਦੇ ਸਪੈਲਿੰਗ ਲਿਖ ਦਿੰਦੀ ਸੀ, ਉਸ ਦੇ ਅੱਖਰ ਲਿਖ ਦਿੰਦੀ ਸੀ। ਸ਼ੀ ਲਰਨਡ ਬਾਏ ਇਮੀਟੇਟਿੰਗ ਹਰ ਟੀਚਰ। ਤਾਂ ਹੈਲਨ ਨੇ ਆਪਣੀ ਟੀਚਰ ਦੀ ਤਰ੍ਹਾਂ ਨਕਲ ਕਰਕੇ ਹੀ ਉਹ ਸ਼ਬਦ ਸਿੱਖੇ। ਅਗਰ ਕਿਸੇ ਬੱਚੇ ਨੂੰ ਇਹ ਕੁਐਸਚਨ ਵੱਡਾ ਲੱਗਦਾ ਹੈ ਤਾਂ ਉਹ ਸ਼ਾਰਟ ਜਾਂ ਸਿਰਫ ਇੱਕ ਵਰਡ ਵੀ ਲਿਖ ਦੇਵੇ ਤਾਂ ਵੀ ਠੀਕ ਹੈ। ਉਹ ਵਰਡ ਕੀ ਹੈ? ਬਾਏ ਫਿੰਗਰ ਪਲੇ। ਜੇ ਕੋਈ ਬੱਚਾ ਪੂਰੀ ਲਾਈਨ ਨਹੀਂ ਯਾਦ ਕਰ ਸਕਦਾ ਤਾਂ ਸਿਰਫ ਉਹ ਇੰਨਾ ਹੀ ਲਿਖ ਦੇਵੇ ਬਾਏ ਫਿੰਗਰ ਪਲੇ, ਤਾਂ ਵੀ ਉਹਨੂੰ ਨੰਬਰ ਮਿਲ ਜਾਣਾ। ਨੈਕਸਟ ਕੁਐਸਚਨ ਇਜ਼ ਲਿਸਟ ਦ ਫਿਊ ਵਰਡਸ ਦੈਟ ਦ ਨਰੇਟਰਸ ਟੀਚਰ ਮੇਡ ਹਰ ਲਰਨ। ਉਹਨਾਂ ਸ਼ਬਦਾਂ ਦੀ ਲਿਸਟ ਬਣਾਓ ਜਿਹੜੇ ਨਰੇਟਰ ਨੂੰ ਉਸ ਦੀ ਟੀਚਰ ਨੇ ਸਿਖਾਏ। ਦ ਨਰੇਟਰਸ ਟੀਚਰ ਮੇਡ ਹਰ ਲਰਨ। ਬੇਟਾ ਇਹ ਸਾਰੇ ਵਰਡ ਆਪਾਂ ਕੁਐਸਚਨ ਦੇ ਵਿੱਚੋਂ ਹੀ ਐਵੇਂ ਲੈ ਲੈਣੀ ਹੈ। ਦ ਨਰੇਟਰਸ ਟੀਚਰ ਮੇਡ ਹਰ ਲਰਨ ਦ ਵਰਡਸ ਲਾਈਕ ਡੋਲ, ਵਾਟਰ, ਮਗ, walk, sit, stand, mother, etc. Next question is question number 8. Why did the narrator dash the doll upon the floor? ਨਰੇਟਰ ਨੇ ਡੋਲ ਨੂੰ ਫਰਸ਼ ਦੇ ਉੱਤੇ ਕਿਉਂ ਪਟਕ ਦਿੱਤਾ? ਡੈਸ਼, ਪਟਕਣਾ। The narrator was confused over the words mug and water. ਨਰੇਟਰ ਸੀ ਜਿਹੜੀ ਉਹ ਮੱਗ ਅਤੇ ਵਾਟਰ ਸ਼ਬਦਾਂ 'ਤੇ ਕਨਫਿਊਜ਼ਡ ਸੀ। ਸੋ ਸ਼ੀ ਡੈਸ਼ਡ ਦਾ ਡੋਲ। ਪਿਛਲੀ ਲਾਈਨ ਆਪਾਂ ਇੱਥੋਂ ਹੀ ਲੈ ਲੈਣੀ ਹੈ। ਡੈਸ਼ ਆਪਾਂ ਲੱਗਿਆ ਵਾ ਸੀਗਾ, ਡਿਡ ਲੱਗਿਆ, ਡੈਸ਼ਡ ਕਰ ਦੇਣਾ। ਸੋ ਸ਼ੀ, ਨਰੇਟਰ ਦੀ ਜਗ੍ਹਾ 'ਤੇ ਸ਼ੀ ਲਗਾਤਾ। ਸ਼ੀ ਡੈਸ਼ਡ ਦਾ ਡੋਲ ਅਪੋਨ ਦਾ ਫਲੋਰ। ਨੈਕਸਟ ਕੁਐਸਚਨ what did the narrator learn at the well house? ਨਰੇਟਰ ਨੇ ਵੈਲ ਹਾਊਸ 'ਤੇ ਕੀ ਸਿੱਖਿਆ? she learned the mystery of language as the cool water flowed over her hand. ਵੈਲ ਹਾਊਸ 'ਤੇ ਉਸ ਨੂੰ ਭਾਸ਼ਾ ਦਾ ਰਹੱਸ, ਮਿਸਟਰੀ ਆਫ ਲੈਂਗੁਏਜ। ਜੇ ਕੋਈ ਬੱਚਾ ਪੂਰੀ ਲਾਈਨ ਨਹੀਂ ਕਰ ਸਕਦਾ ਸਿਰਫ ਇੰਨਾ ਹੀ ਲਿਖ ਦੇਵੇ ਮਿਸਟਰੀ ਆਫ ਲੈਂਗੁਏਜ, ਇੰਨਾ ਵੀ ਸਫੀਸ਼ੀਐਂਟ ਹੈ। ਐਜ਼ ਦ ਕੂਲ ਵਾਟਰ ਫਲੋਡ ਓਵਰ ਹਰ ਹੈਂਡ। ਜਦੋਂ ਉਹਦੇ ਹੱਥ 'ਤੇ ਠੰਡਾ ਪਾਣੀ ਪਿਆ ਤਾਂ ਉਸ ਨੂੰ ਭਾਸ਼ਾ ਦਾ ਰਹੱਸ ਪਤਾ ਚੱਲਿਆ। ਸ਼ੀ ਕੇਮ ਟੂ ਨੋ
that everything had a name, ਉਸ ਨੂੰ ਇਹ ਪਤਾ ਲੱਗ ਗਿਆ ਕਿ ਹਰ ਇੱਕ ਚੀਜ਼ ਦਾ ਨਾਮ ਹੁੰਦਾ ਹੈ। ਲਾਸਟ ਕੁਐਸਚਨ, what made the narrator to repent and sorrowful? ਨਰੇਟਰ ਨੂੰ ਪਛਤਾਵਾ ਅਤੇ ਦੁੱਖ ਕਿਸ ਨੇ ਮਹਿਸੂਸ ਕਰਵਾਇਆ? ਆਨਸਰ ਇਹਦਾ, she touched the pieces of the doll. ਉਹਨੇ ਡੋਲ ਦੇ, ਜਿਹੜੀ ਉਹਨੇ ਡੋਲ ਪਟਕ ਕੇ ਮਾਰੀ ਸੀ, ਟੁਕੜੇ ਟੁਕੜੇ ਕੀਤੇ ਸੀ, ਉਹਨੇ ਡੋਲ ਦੇ ਟੁਕੜਿਆਂ ਨੂੰ ਟੱਚ ਕੀਤਾ, which she had broken, ਜਿਹੜੀ ਕਿ ਉਸਨੇ ਤੋੜ ਦਿੱਤੀ ਸੀ। her eyes were filled with water, ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। her eyes were filled with the tears. ਸੋ ਬੇਟਾ ਇਹ ਸੀ ਆਪਣੇ question answers. If you find this video is useful to you, then please like, share and subscribe my channel. Thank you. Have a nice day.